from making expressions which are accusatory and abusive. I want the member who has spoken just now to retract and apologize to this House. ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਜ਼ਬਰਦਸਤ ਹੰਗਾਮੇ ਤੇ ਵਿਰੋਧ ਦੇ ਵਿਚਾਲੇ ਖੇਤੀ ਸੰਬੰਧਿਤ ਬਿੱਲਾਂ ਦੇ ਉੱਤੇ ਮੋਹਰ ਲੱਗ ਗਈ। मैं प्रस्ताव करता हूं कृषक सशक्तिकरण और संरक्षण ਸਰਕਾਰ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਦੱਸ ਕੇ ਫਾਇਦੇ ਗਿਣਾਉਣ ਦੇ ਵਿੱਚ ਲੱਗੀ ਹੈ ਤਾਂ ਵਿਰੋਧੀਆਂ ਦੇ ਨਾਲ ਬੀਜੇਪੀ ਦੇ ਪੁਰਾਣੇ ਸਾਥੀ ਅਕਾਲੀ ਦਲ ਵੱਲੋਂ ਵੀ ਇਸ ਬਿੱਲ ਨੂੰ ਕਿਸਾਨ ਵਿਰੋਧੀ ਤੇ ਦੇਸ਼ ਵਿਰੋਧੀ ਤੱਕ ਕਰਾਰ ਦਿੱਤਾ ਜਾ ਰਿਹਾ ਹੈ। The MSP in the last 6 years went up in percentage terms much higher than what happened in the previous 10 years. ਆਪਣੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਕੇਂਦਰ ਦੇ ਵੱਲੋਂ ਪਾਸ ਕੀਤੇ ਗਏ ਇਹਨਾਂ ਬਿੱਲਾਂ ਬਾਰੇ ਦੱਸਣ ਜਾ ਰਹੇ ਹਾਂ। The Farmers Empowerment and Protection Agreement on Price Assurance and Farm Services Bill ਅਤੇ ਕਿਸਾਨ ਉਤਪਾਦ ਵਣਜ ਤੇ ਵਪਾਰ 2020 ਦਾ ਇੱਕ ਬਿੰਦੂ ਤੁਹਾਨੂੰ ਸਮਝਾਵਾਂਗੇ। ਕੇਂਦਰ ਸਰਕਾਰ ਦਾ ਇਹ ਨਵਾਂ ਬਿੱਲ ਕੰਟਰੈਕਟ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਲਈ ਬਣਾਇਆ ਗਿਆ ਹੈ। ਇਸ ਬਿੱਲ ਦੀਆਂ ਮੱਦਾਂ ਮੁਤਾਬਕ ਇੱਕ ਵਿਅਕਤੀ, ਇੱਕ ਪਾਰਟਨਰਸ਼ਿਪ ਫਰਮ, ਇੱਕ ਕੰਪਨੀ, ਇੱਕ ਸੁਸਾਇਟੀ ਜਾਂ ਕੋਈ ਵੀ ਐਸੋਸੀਏਸ਼ਨ ਜੋ ਕੇਂਦਰ ਜਾਂ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਦੇ ਤਹਿਤ ਰਜਿਸਟਰਡ ਹੋਵੇ ਉਹ ਕਿਸੇ ਕਿਸਾਨ ਦੇ ਨਾਲ ਕੰਟਰੈਕਟ ਐਗਰੀਮੈਂਟ ਜਾਂ ਇਕਰਾਰਨਾਮਾ ਕਰ ਸਕਦੀ ਹੈ। ਇਹ ਇਕਰਾਰਨਾਮਾ ਇੱਕ ਫਸਲ, ਵੱਧ ਤੋਂ ਵੱਧ 5 ਸਾਲ, ਜੇ ਲੰਮੀ ਮਿਆਦ ਵਾਲੀਆਂ ਫਸਲਾਂ ਨੇ ਤਾਂ 5 ਸਾਲ ਤੋਂ ਵੱਧ ਸਮੇਂ ਲਈ ਹੋ ਸਕਦਾ ਹੈ ਜਾਂ ਫਿਰ ਕਿਸਾਨ ਅਤੇ ਸਪਾਂਸਰ ਦੀ ਆਪਸੀ ਸਹਿਮਤੀ ਮੁਤਾਬਕ ਇਕਰਾਰਨਾਮੇ ਦੀ ਮਿਆਦ ਤੈਅ ਕੀਤੀ ਜਾ ਸਕਦੀ ਹੈ। ਸਪਾਂਸਰ ਕੋਈ ਸ਼ਖਸ ਜਾਂ ਕੰਪਨੀ ਜਾਂ ਗਰੁੱਪ ਹੋਵੇਗਾ ਜੋ ਕਿਸਾਨ ਤੋਂ ਉਸ ਦੀ ਉਪਜ ਖਰੀਦੇਗਾ, ਕਿਸਾਨ ਨੂੰ खेती सेवाएं भी मुहैया करवाएगा। ये विधेयक कृषि के क्षेत्र में जो फसल बेची जाएगी उसका 3 दिन में किसान को भुगतान हो, यह भी प्रावधान करते हैं। इन विधेयकों के मामले में अनेक प्रकार की धारणाएं बनाई जा रही हैं। मैं सभापति महोदय आपके माध्यम से सदन को भी और देश के किसानों को भी यह विश्वास दिलाना चाहता हूं, यह विधेयक एमएसपी से संबंधित नहीं है। एमएसपी सरकार का प्रशासकीय निर्णय है। मैंने भी लोकसभा में आश्वस्त किया है, माननीय प्रधानमंत्री जी ने भी एमएसपी के बारे में अपनी बात कही है। एमएसपी जारी थी, जारी है और आने वाले कल में भी जारी रहेगी। ਹੁਣ ਗੱਲ ਕਰਦੇ ਹਾਂ ਕਿ ਇਕਰਾਰਨਾਮਾ ਜਾਂ ਕੰਟਰੈਕਟ ਐਗਰੀਮੈਂਟ ਕੀ ਹੋਏਗਾ, ਐਗਰੀਮੈਂਟ ਕਿਸ ਵਿਚਾਲੇ ਹੋਏਗਾ ਅਤੇ ਉਸ ਦੇ ਵਿੱਚ ਕੀ ਸ਼ਰਤਾਂ ਦਰਜ ਹੋਣਗੀਆਂ। ਇਕਰਾਰਨਾਮਾ ਕਿਸਾਨ ਤੇ ਸਪਾਂਸਰ ਦੇ ਵਿਚਾਲੇ ਹੋਵੇਗਾ ਜਿਸ ਦੇ ਵਿੱਚ ਫਸਲ ਦੀ ਕਿਸਮ, ਗੁਣਵੱਤਾ, ਗ੍ਰੇਡ, ਖੇਤੀ ਦੇ ਢੰਗ ਤਰੀਕੇ, ਫਸਲ ਦੀ ਸਪਲਾਈ ਤੇ ਚੁਕਾਈ ਦਾ ਸਮਾਂ, ਫਸਲ ਦੀ ਕੀਮਤ, ਉਹ तमाम ਸ਼ਰਤਾਂ ਲਿਖੀਆਂ ਜਾਣਗੀਆਂ ਜੋ ਫਸਲ ਦੇ ਬੀਜਣ ਤੋਂ ਲੈ ਕੇ ਉਸ ਦੀ ਚੁਕਾਈ ਤੇ ਕੀਮਤ ਤੱਕ ਹੁੰਦੀਆਂ ਨੇ। ਇਕਰਾਰਨਾਮੇ ਦੇ ਵਿੱਚ ਖੇਤੀ ਸੇਵਾਵਾਂ ਦੇਣ ਵਾਲੀ ਤੀਜੀ ਧਿਰ ਵੀ ਸ਼ਾਮਲ ਕੀਤੀ ਜਾ ਸਕਦੀ ਹੈ ਤੇ ਉਸ ਦੀ ਭੂਮਿਕਾ ਵੀ ਇਕਰਾਰਨਾਮੇ ਦੇ ਵਿੱਚ ਤੈਅ ਕੀਤੀ ਜਾਵੇਗੀ। ਨਵੇਂ ਖੇਤੀ ਬਿੱਲ ਮੁਤਾਬਕ ਸਪਾਂਸਰ ਆਪਣੀ ਫਸਲ ਮੁਤਾਬਕ ਕਿਸਾਨ ਦੇ ਨਾਲ ਐਗਰੀਮੈਂਟ ਕਰੇਗਾ। ਉਹ ਕਿਸਾਨ ਨੂੰ ਪੂੜੀਆਂ ਜਾਂ ਕੁਝ ਖੇਤੀ ਸੇਵਾਵਾਂ ਮੁਹੱਈਆ ਕਰਵਾਏਗਾ। ਉਹ ਖੇਤੀ ਦੀ ਆਊਟਪੁੱਟ ਦਾ ਰਿਸਕ ਸਹਿਣ ਕਰੇਗਾ, ਪਰ ਕਿਸਾਨ ਵੱਲੋਂ ਉਸ ਫਸਲ ਨੂੰ ਪਕਾਉਣ ਦੇ ਲਈ ਦਿੱਤੀਆਂ ਸੇਵਾਵਾਂ ਦੀ ਕੀਮਤ ਸਪਾਂਸਰ ਨੂੰ ਚੁਕਾਉਣੀ ਹੋਵੇਗੀ। ਬੇਸ਼ੱਕ ਕਿਸਾਨ ਸਪਾਂਸਰ ਦੀ ਫਸਲ ਪਾਲ ਰਿਹਾ ਹੋਵੇ ਪਰ ਉਸ ਵਕਤ ਦੀ ਮਾਲਕੀ ਕਿਸਾਨ ਦੇ ਕੋਲ ਹੀ ਰਹੇਗੀ। ਕਿਸਾਨ ਸਮੇਂ ਸਿਰ ਸਪਾਂਸਰ ਨੂੰ ਫਸਲ ਦੀ ਡਿਲੀਵਰੀ ਕਰੇਗਾ ਅਤੇ ਆਪਣੇ ਹੱਕ ਦੀ ਕਮਾਈ ਵਸੂਲੇਗਾ। ਸਪਾਂਸਰ ਦੇ ਲਈ ਵੀ ਲਾਜ਼ਮੀ ਹੋਵੇਗਾ ਕਿ ਉਹ ਤੈਅ ਵਕਤ ਉੱਤੇ ਫਸਲ ਦੀ ਚੁਕਾਈ ਕਰੇ। ਇਕਰਾਰਨਾਮੇ ਦੇ ਵਿੱਚ ਫਸਲ ਦੀ ਕੁਆਲਿਟੀ, ਗ੍ਰੇਡ ਤੇ ਸਟੈਂਡਰਡ ਬਾਰੇ ਵੀ ਸ਼ਰਤਾਂ ਤੈਅ ਹੋ ਸਕਦੀਆਂ ਨੇ। ਫਸਲ ਦੇ ਵਿੱਚ ਵਰਤੀ ਜਾਣ ਵਾਲੀ ਰੇ ਸਪਰੇ, ਫੂਡ ਸੇਫਟੀ ਦੇ ਮਾਪਦੰਡ, ਖੇਤੀ ਦੇ ਤੌਰ ਤਰੀਕੇ, ਮਜ਼ਦੂਰੀ ਤੇ ਸਮਾਜਿਕ ਵਿਕਾਸ ਦੇ ਮਾਪਦੰਡ ਕਿਸਾਨ ਤੇ ਸਪਾਂਸਰ ਦੇ ਵੱਲੋਂ ਆਪਸੀ ਸਹਿਮਤੀ ਦੇ ਨਾਲ ਤਿਆਰ ਕੀਤੇ ਜਾ ਸਕਦੇ ਨੇ ਜਾਂ ਫਿਰ ਕੇਂਦਰ ਜਾਂ ਸੂਬਾ ਸਰਕਾਰ ਦੀ ਕਿਸੇ ਅਧਿਕਾਰਿਤ ਕੀਤੀ ਗਈ ਏਜੰਸੀ ਦੇ ਮਾਪਦੰਡਾਂ ਮੁਤਾਬਕ ਇਹ ਹੋ ਸਕਦੇ ਨੇ। ਸਪਾਂਸਰ ਸਮੇਂ-ਸਮੇਂ ਫਸਲ ਦੀ ਗੁਣਵੱਤਾ ਜਾਂਚ ਸਕਦਾ ਹੈ ਜਾਂ ਕਿਸੇ ਥਰਡ ਪਾਰਟੀ ਤੋਂ ਕਰਵਾ ਸਕਦਾ ਹੈ। ਫਸਲ ਦੀ ਡਿਲੀਵਰੀ ਤੋਂ ਪਹਿਲਾਂ ਉਸ ਦੀ ਗੁਣਵੱਤਾ ਪਰਖ ਸਕਦਾ ਹੈ, ਪਰ ਡਿਲੀਵਰੀ ਮੌਕੇ ਫਸਲ ਲੈਣ ਤੋਂ ਸਪਾਂਸਰ ਇਨਕਾਰ ਨਹੀਂ ਕਰ ਸਕਦਾ। ਫਸਲ ਦੀ ਦਿੱਤੀ ਜਾਣ ਵਾਲੀ ਕੀਮਤ ਇਕਰਾਰਨਾਮੇ 'ਚ ਤੈਅ ਕੀਤੀ ਜਾ ਸਕਦੀ ਹੈ। ਜੇ ਕੀਮਤ ਦੇ ਵਿੱਚ ਉਤਰਾਅ ਤੇ ਚੜਾਅ ਕੋਈ ਆਉਂਦਾ ਹੈ ਤਾਂ ਤੈਅ ਕੀਤੀ ਕੀਮਤ ਦਿੱਤੀ ਜਾਵੇਗੀ, ਪਰ ਜੇ ਮਾਰਕੀਟ ਕੀਮਤ ਉਸ ਵਕਤ ਜ਼ਿਆਦਾ ਹੈ ਤਾਂ ਕਿਸਾਨ ਨੂੰ ਬੋਨਸ ਜਾਂ ਪ੍ਰੀਮੀਅਮ ਦਿੱਤਾ ਜਾ ਸਕਦਾ ਹੈ। ਇਹ ਕੀਮਤ ਮੰਡੀ ਬੋਰਡ ਦੀਆਂ ਮੰਡੀਆਂ 'ਚ ਖਰੀਦੀਆਂ ਜਾ ਰਹੀਆਂ ਫਸਲਾਂ ਜਾਂ ਕਿਸੇ ਬੈਂਚਮਾਰਕ ਕੀਮਤ ਦੇ ਨਾਲ ਮਿਲਾਈ ਜਾ ਸਕਦੀ ਹੈ। ਸਪਾਂਸਰ
ਉਪਜ ਦੀ ਡਿਲੀਵਰੀ ਮੌਕੇ ਪੇਮੈਂਟ ਕਰੇਗਾ ਤੇ ਖਰੀਦ ਪ੍ਰਕਿਰਿਆ ਦੀ ਡਿਟੇਲ ਦੇ ਨਾਲ ਰਸੀਦ ਜਾਰੀ ਕਰੇਗਾ। ਬੀਜਾਂ ਦੇ ਉਤਪਾਦਨ ਦੇ ਲਈ ਸਪਾਂਸਰ 2/3 ਕੀਮਤ ਡਿਲੀਵਰੀ ਮੌਕੇ ਦੇਵੇਗਾ ਤੇ ਬਾਕੀ ਰਕਮ ਬੀਜ ਤੇ ਸਰਟੀਫਾਈ ਹੋਣ ਦੇ 30 ਦਿਨ ਦੇ ਅੰਦਰ ਦੇਵੇਗਾ। पेमेंट देने ਦੇ ਤੌਰ ਤਰੀਕੇ ਸੂਬਾ ਸਰਕਾਰ ਵੀ ਤੈਅ ਕਰ ਸਕਦੀ ਹੈ। ਨਵੇਂ ਕਾਨੂੰਨ ਮੁਤਾਬਿਕ ਇਕਰਾਰਨਾਮੇ ਤਹਿਤ ਕੀਤੀ ਜਾਣ ਵਾਲੀ ਖੇਤੀ ਨੂੰ ਕੇਂਦਰ ਜਾਂ ਸੂਬਾ ਸਰਕਾਰ ਦੀਆਂ ਇੰਸ਼ੋਰੈਂਸ ਸਕੀਮਾਂ ਦੇ ਨਾਲ ਜੋੜਿਆ ਜਾ ਸਕਦਾ ਹੈ। ਨਵੇਂ ਖੇਤੀ ਕਾਨੂੰਨ ਦੇ ਤਹਿਤ ਕਿਤੇ ਇਕਰਾਰਨਾਮਿਆਂ ਤੇ ਸੂਬਿਆਂ ਦੇ ਖਰੀਦ ਵੇਚ ਦੇ ਲਈ ਬਣੇ ਐਕਟ ਲਾਗੂ ਨਹੀਂ ਹੋਣਗੇ ਅਤੇ ਫਸਲ ਦੀ ਉਪਜ ਅਤੇ ਸਟਾਕ ਤੇ ਵੀ ਕੋਈ ਲਿਮਿਟ ਨਹੀਂ ਹੋਵੇਗੀ, ਜਿਸ ਦਾ ਮਤਲਬ ਹੈ ਕਿ ਫਸਲ ਦੀ ਖਰੀਦ ਵੇਚ ਤੇ ਕੋਈ ਮੰਡੀ ਫੀਸ ਨਹੀਂ ਲੱਗੇਗੀ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਬੰਦਿਸ਼ ਹੋਵੇਗੀ ਕਿ ਕਿੰਨਾ ਮਾਲ ਜਾਂ ਉਪਜ ਸਟੋਰ ਕਰਨੀ ਹੈ। ਮੰਡੀ ਫੀਸ ਖਤਮ ਹੋਣ ਦੇ ਨਾਲ ਸੂਬਾ ਸਰਕਾਰ ਦੀ ਆਮਦਨ ਨੂੰ ਘਾਟਾ ਪੈਣਾ ਤਾਂ ਲਾਜ਼ਮੀ ਹੈ। किसान जिस जमीन का इकरारनामा स्पॉन्सर दे नाल करेगा, स्पॉन्सर की सहमति तो बिना उस जमीन ते किसान कोई ढांचा, कंपलैक्स या जमीन दे विच कोई फेरबदल नहीं कर सकता। इकरारनामा खत्म होने ही किसान अपने हिसाब दे नाल उस जमीन दे विच कोई फेरबदल करने का हकदार होगा। इस तरह जे किसी स्पॉन्सर दे वल्लों कोई ढांचा या प्रोजेक्ट जमीन ते बनाया गया तो इकरारनामा खत्म होने तक उस जमीन ते मौजूद है तो उसकी मालकी किसान दी कोल चली जाएगी। नवे बिल दे विच यह भी इकरारनामा होने तो बाद दोवें धिरां किसान ते स्पॉन्सर अपनी सहमति नाल इकरारनामे दे विच फेरबदल कर सकदियां ने। हुण तुहानूं दसदे हां कि इकरारनामा जां एग्रीमेंट कित्थे नहीं हो सकदा, किहड़ियां ओह शर्तां ने जिन्हां तहत इकरारनामा नहीं किया जा सकदा ते किहड़े ओह हालात ने जदों एग्रीमेंट रद्द भी हो सकदा है। अजिहा नहीं हो सकता कि कोई जमीन ठेके ते लैके अगे किसी कंपनी या ग्रुप दे नाल एग्रीमेंट कर लिया जाए। कॉन्ट्रैक्ट एग्रीमेंट जमीन दे असल मालक दे नाल ही होवेगा जो जमीन बेचण दे लई रखी गई है या लीज ते दित्ती गई है या फिर गिरवी पई है, उस जमीन ते एग्रीमेंट नहीं हो सकता। कुछ खास हालात दे विच एग्रीमेंट रद्द भी हो सकता है, जिवें कुदरती आफतां, हड़, सोका, माड़ा मौसम, भूचाल दे नाल फसल दा नुकसान होने ते इकरारनामा रद्द हो सकता है। इसी तरह किसी महामारी दौरान या कीटां दे हमले जो कंट्रोल तो बाहर होण, अजिहे हालात दे विच भी एग्रीमेंट रद्द हो सकता है। नवे बिल च इस दे लई फोर्स मेजर शब्द की वरतों की गई है, जिसका इंडियन कॉन्ट्रैक्ट एक्ट 1872 तहत मतलब यह है कि जदों कोई ना रोके जाने वाला नुकसान हुंदा है तो उस हालत दे विच कॉन्ट्रैक्ट या इकरारनामा रद्द मन्निया जाएगा। हुण गल करदे हां एग्रीमेंट तो बाद दोवें धिरां दे विचाले किसी तरह का कोई विवाद पैदा हो जाता है तो फिर निपटारा किवें होएगा। नवे बिल दे विच दस्सिया गया कि जदों किसान अते स्पॉन्सर दे विचाले कोई विवाद पैदा होवेगा तो उस दे हल दे लई समझौता बोर्ड बनाया जाएगा, जिस दे विच दोवें धिरां दे नुमाइंदे शामिल किए जाणगे। सब तो पहला विवाद दे निपटारे दे लई उस केस नूं समझौता बोर्ड दे कोल भेजा जाएगा। जे 30 दिनां दे अंदर मामले का कोई हल नहीं निकलता तो फिर दोवें धिरां सब डिवीजनल मैजिस्ट्रेट दे कोल जा सकदियां ने। एसडीएम मामले दे हल दे लई बोर्ड बना सकदा है, जिस दे विच दोवें धिरां दे नुमाइंदे होणगे। इत्थे भी जे 30 दिनां दे अंदर गल किसी समझौते तक नहीं पहुंची तो बोर्ड अपनी रिपोर्ट एसडीएम नूं देवेगा। एसडीएम दोवें धिरां नूं सुणन तो बाद अपना फैसला सुना सकदे ने। जे स्पॉन्सर एग्रीमेंट तहत पेमेंट करन दे विच असफल होया तो एसडीएम 1.5 गुना वसूली का हुक्म दे सकते हैं। जे किसान दे वल रकम वध निकली तो स्पॉन्सर दे वल्लों किते असल खर्च तो वध रकम किसान तो नहीं वसूली जा सकेगी। जे कोई धिर एसडीएम दे हुक्मां दे नाल संतुष्ट नहीं हुंदी तो वह 30 दिनां अंदर डीसी दे कोल अपील कर सकदी है। डीसी दे वल्लों 30 दिन दे अंदर केस दा निपटारा किया जाएगा जो मनन योग होवेगा। पर जे किसान दे वल्लों रकम वध निकलदी है तो उस रकम की वसूली दे लई किसान दी जमीन के खिलाफ रिकवरी का कोई ऑर्डर पास नहीं किया जा सकता। एसडीएम या डिप्टी कमिश्नर दे वल्लों दिते फैसले नूं कोर्ट दे विच चुनौती नहीं दी जा सकती। इस नवें बिल मुताबिक किहड़ियां पावरां किस कोल ने अते किहड़ी सरकार की कर सकदी है वो भी तुहानूं दस दियां। इस नवे कानून के मुताबिक सारियां मुख पावरां केंद्र सरकार दे कोल ही ने। केंद्र सरकार नियमां रूल्स दे विच फेरबदल कर सकदी है, पर कुछ को अधिकार सूबा सरकारां नूं भी दिते गए ने, जिवें सूबा सरकार पेमेंट दे तौर तरीके तय कर सकदी है, रजिस्ट्रेशन अथॉरिटी दीयां ताकतां ते जिम्मेवारियां तय कर सकदी है। इस नवे केंद्रीय कानून के तहत सूबियां दे वल्लों जो भी रूल बनाया जाएगा वो विधान सभा तहत ही बनाया जा सकेगा। इन विधेयकों ने हमारे अन्नदाता
किसानों को अनेक बंधनों से मुक्ति दिलाई है। आजादी के बाद किसानों को किसानी में एक नई आजादी देने का काम हुआ है। इन सुधारों से किसानों को अपनी उपज बेचने में और ज्यादा विकल्प मिलेंगे और ज्यादा अवसर मिलेंगे। ਇਹ ਤਾਂ ਸੀ ਕਿ ਨਵੇਂ ਬਿੱਲ ਦੇ ਵਿੱਚ ਕੀ ਹੈ। ਹੁਣ ਤੁਹਾਨੂੰ ਇਹ ਸਵਾਲ ਵੀ ਦੱਸਾਂਗੇ ਜੋ ਇਸ ਬਿੱਲ ਨੂੰ ਲੈ ਕੇ ਉੱਠ ਰਹੇ ਨੇ, ਕਿਉਂਕਿ ਕਿਸਾਨ ਇਸ ਨਵੇਂ ਬਿੱਲ ਤੋਂ ਫਿਕਰਮੰਦ ਨੇ ਤੇ ਕਿਉਂ ਇਸ ਨੂੰ ਕਿਸਾਨ ਵਿਰੋਧੀ ਉਹ ਕਹਿ ਰਹੇ ਨੇ। ਹੁਣ ਗੱਲ ਕਰਦੇ ਹਾਂ ਬਿੱਲ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੀ। ਪਹਿਲਾ ਸਵਾਲ ਇਹ ਹੈ ਕਿ ਜਦੋਂ ਕੋਈ ਕੰਪਨੀ ਕਿਸਾਨਾਂ ਦੇ ਨਾਲ ਐਗਰੀਮੈਂਟ ਕਰੇਗੀ ਤਾਂ ਕਿਸਾਨ ਦੀ ਜ਼ਮੀਨ ਤੇ ਖੇਤੀ ਉਸ ਕੰਪਨੀ ਜਾਂ ਸਪਾਂਸਰ ਦੇ ਮੁਤਾਬਕ ਹੀ ਹੋਵੇਗੀ, ਜਿਸ ਨਾਲ ਜਾਂ ਤਾਂ ਕਿਸਾਨ ਆਪਣੇ ਹੀ ਖੇਤ ਦੇ ਵਿੱਚ ਮਜ਼ਦੂਰ ਬਣ ਕੇ ਰਹਿ ਜਾਵੇਗਾ ਜਾਂ ਫਿਰ ਕਿਸਾਨ ਜਿੰਨੇ ਚਿਰ ਦਾ ਐਗਰੀਮੈਂਟ ਹੈ ਉਹਨਾਂ ਚਿਰ ਜ਼ਮੀਨ ਤੋਂ ਬਾਹਰ ਹੋ ਜਾਵੇਗਾ। ਦੂਜਾ ਸਵਾਲ ਇਹ ਕਿ ਐਗਰੀਮੈਂਟ 'ਚ ਫਸਲ ਦੀ ਗੁਣਵੱਤਾ, ਗ੍ਰੇਡ ਤੇ ਸਟੈਂਡਰਡ ਦੇ ਬਾਰੇ ਸ਼ਰਤਾਂ ਲਿਖੀਆਂ ਹੋਣਗੀਆਂ। ਜੇ ਕਿਸਾਨ ਆਪਣੇ ਖਰਚ ਤੇ ਫਸਲ ਪਕਾ ਕੇ ਤਿਆਰ ਕਰਦਾ ਹੈ, ਉਹ ਤਿਆਰ ਹੋਈ ਫਸਲ ਤੈਅ ਕੀਤੇ ਮਾਪਦੰਡਾਂ ਤੇ ਖਰੀ ਨਹੀਂ ਉਤਰਦੀ ਤਾਂ ਸਪਾਂਸਰ ਜਾਂ ਕੰਪਨੀ ਆਪਣੀ ਮਰਜ਼ੀ ਦੇ ਰੇਟ ਤੇ ਉਸ ਫਸਲ ਦੀ ਖਰੀਦ ਕਰੇਗੀ, ਜਿਸ ਨਾਲ ਕਿਸਾਨ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਹ ਵੀ ਇੱਕ ਅਹਿਮ ਸਵਾਲ ਹੈ ਕਿ ਦੋਵੇਂ ਧਿਰਾਂ ਦੇ ਵਿਚਾਲੇ ਵਿਵਾਦ ਹੋਣ ਤੇ ਅਪੀਲ ਵੱਧ ਤੋਂ ਵੱਧ ਡੀਸੀ ਤੱਕ ਕੀਤੀ ਜਾ ਸਕਦੀ ਹੈ। ਕੋਰਟ ਜਾਣ ਦਾ ਕੋਈ ਬਦਲ ਨਹੀਂ ਹੈ। ਕੰਪਨੀ ਜਾਂ ਸਪਾਂਸਰ ਪਾਵਰਫੁਲ ਹੋਣ ਕਰਕੇ ਡੀਸੀ ਪੱਧਰ ਤੱਕ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ। ਡਰ ਇਸ ਗੱਲ ਦਾ ਵੀ ਹੈ ਕਿ ਜਦੋਂ ਵੱਡੀਆਂ ਕੰਪਨੀਆਂ ਦਾ ਖੇਤੀ ਸੈਕਟਰ 'ਚ ਦਬਦਬਾ ਹੋ ਗਿਆ ਤਾਂ ਛੋਟਾ ਕਿਸਾਨ ਖੇਤੀ 'ਚੋਂ ਬਾਹਰ ਹੋ ਜਾਏਗਾ, ਕਿਉਂਕਿ ਉਹ ਉਸ ਆਧੁਨਿਕ ਤਕਨੀਕ ਦਾ ਮੁਕਾਬਲਾ ਨਹੀਂ ਕਰ ਸਕਦਾ। ਛੋਟਾ ਕਿਸਾਨ ਉਹ ਕਮਜ਼ੋਰ ਕੜੀ ਹੈ ਜੋ ਖੇਤੀ ਸਹਾਰੇ ਹੀ ਆਪਣਾ ਪਰਿਵਾਰ ਪਾਲਦਾ ਹੈ। ਖੈਰ, ਬਿੱਲਾਂ ਦਾ ਵਿਰੋਧ ਤਾਂ ਜ਼ਬਰਦਸਤ ਤਰੀਕੇ ਨਾਲ ਹੋ ਰਿਹਾ ਹੈ, ਪਰ ਕੇਂਦਰ ਵੀ ਆਪਣੇ ਫੈਸਲੇ ਤੇ ਅੜਿੱਗ ਹੈ। ਦੇਖਣਾ ਹੋਵੇਗਾ ਕਿ ਕਿਸਾਨਾਂ ਤੇ ਅਕਾਲੀ ਦਲ ਵਰਗੇ ਆਪਣੇ ਸਾਥੀਆਂ ਨੂੰ ਮਨਾਉਣ ਦੇ ਲਈ ਬੀਜੇਪੀ ਹੁਣ ਅੱਗੇ ਕੀ ਰਣਨੀਤੀ ਘੜਦੀ ਹੈ। और अगर पंजाब में जुल्म होंगे, क्योंकि आज फार्मर की यह परसेप्शन है कि उसके ऊपर जुल्म हो रहा है, तो अकाली दल हमेशा उसके साथ खड़ा रहेगा। जितना भी संघर्ष करना पड़ेगा हम करेंगे। जनता के अंदर, आम किसानों के अंदर एक गलतफहमी पैदा करके केवल निहित राजनीतिक स्वार्थ को साधने की जो कोशिश की जा रही है, मैं समझता हूं कि स्वस्थ लोकतांत्रिक परंपराओं के यह अनुकूल नहीं है। और यह दोनों विधेयक, मैं कह सकता हूं, किसान और कृषि जगत दोनों के लिए यह ऐतिहासिक हैं। इसे लागू करने से स्वाभाविक रूप से किसानों की आमदनी बढ़ेगी। ਹੁਣ ਗੱਲ ਕੇਂਦਰ ਦੇ ਵੱਲੋਂ ਪਾਸ ਕਰਵਾਏ ਗਏ ਕਿਸਾਨ ਉਤਪਾਦ ਵਣਜ ਤੇ ਵਪਾਰ ਬਿੱਲ 2020 ਦੀ। ਇਸ ਬਿੱਲ ਨੂੰ ਲੈ ਕੇ ਵੀ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਇਸ ਬਿੱਲ ਦਾ ਨਿਚੋੜ ਜੇਕਰ ਕੱਢਿਆ ਜਾਵੇ ਤਾਂ ਬਿੱਲ ਦਾ ਵਿਰੋਧ ਕਰਨ ਵਾਲੇ ਤਰਕ ਦੇ ਰਹੇ ਨੇ ਕਿ ਇਸ ਦੇ ਨਾਲ ਮੰਡੀਕਰਨ ਖਤਮ ਹੋ ਜਾਵੇਗਾ ਤੇ ਹੌਲੀ-ਹੌਲੀ ਕਿਸਾਨਾਂ ਦੀਆਂ ਫਸਲਾਂ ਨੂੰ ਵੱਡੇ ਖਰੀਦਦਾਰ ਮਨਚਾਹੀ ਕੀਮਤ ਯਾਨੀ MSP ਤੋਂ ਘੱਟ ਕੀਮਤ ਤੇ ਖਰੀਦਣਗੇ ਤੇ ਕਿਸਾਨਾਂ ਨੂੰ ਆਪਣੀ ਫਸਲ ਘੱਟ ਰੇਟ ਉੱਤੇ ਵੇਚਣ ਦੇ ਲਈ ਮਜਬੂਰ ਹੋਣਾ ਪਵੇਗਾ। ਬਿੱਲ ਦੇ ਖਰੜ ਦੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਨਵੇਂ ਬਿੱਲ ਮੁਤਾਬਕ ਫਸਲ ਖਰੀਦ ਦੇ ਲਈ ਕਿਸੇ ਬਾਜ਼ਾਰ, ਮੰਡੀ ਜਾਂ ਕੋਈ ਵੀ ਤੈਅ ਥਾਂ ਦੀ ਜ਼ਰੂਰਤ ਨਹੀਂ ਹੋਵੇਗੀ। ਬਿੱਲ ਮੁਤਾਬਕ ਕਿਸਾਨਾਂ ਨੂੰ ਆਪਣੀ ਫਸਲ ਕਿਸੇ ਵੀ ਥਾਂ ਤੇ ਵੇਚਣ ਦੀ ਇਜਾਜ਼ਤ ਹੈ। ਕਿਸਾਨ ਆਪਣੇ ਜ਼ਿਲ੍ਹੇ ਜਾਂ ਸੂਬੇ ਤੋਂ ਬਾਹਰ ਵੀ ਆਪਣੀ ਫਸਲ ਨੂੰ ਵੇਚ ਸਕਣਗੇ। ਨਵੇਂ ਬਿੱਲ ਦੇ ਵਿੱਚ ਖੁੱਲੇ ਬਾਜ਼ਾਰ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਕੋਈ ਕਿਸੇ ਵੀ ਥਾਂ ਤੋਂ ਫਸਲ ਖਰੀਦ ਵੀ ਸਕਦਾ ਹੈ। ਫਸਲ ਕਿਸਾਨ ਦੇ ਘਰ ਤੋਂ, ਖੇਤ ਦੇ ਵਿੱਚੋਂ ਵੀ ਖਰੀਦੀ ਜਾ ਸਕਦੀ ਹੈ। ਇੱਥੋਂ ਤੱਕ ਕਿ ਫਸਲ ਕਿਸੇ ਕੋਲਡ ਸਟੋਰ, ਫੈਕਟਰੀ ਜਾਂ ਕਿਸੇ ਗੋਦਾਮ ਦੇ ਵਿੱਚੋਂ ਵੀ ਖਰੀਦੀ ਜਾ ਸਕੇਗੀ। ਹੁਣ ਸਵਾਲ ਇਹ ਵੀ ਹੈ ਕਿ ਫਸਲ ਕੌਣ ਖਰੀਦ ਸਕਦਾ ਹੈ। ਨਵੇਂ ਬਿੱਲ ਮੁਤਾਬਕ ਹੁਣ ਫਸਲ ਖਰੀਦਣ ਦੇ ਲਈ ਆੜਤੀਆ ਹੋਣਾ ਜ਼ਰੂਰੀ ਨਹੀਂ, ਕੋਈ ਵੀ ਪੈਨ ਕਾਰਡ ਧਾਰਕ ਫਸਲ ਖਰੀਦ ਸਕਦਾ ਹੈ। ਇੱਥੋਂ ਤੱਕ ਕਿ ਫਸਲ ਖਰੀਦ ਦੇ ਲਈ ਕਿਸੇ ਵੀ ਤਰ੍ਹਾਂ ਦੇ ਲਾਇਸੈਂਸ ਦੀ ਵੀ ਜ਼ਰੂਰਤ ਨਹੀਂ ਹੋਵੇਗੀ।
ਖਾਸ ਇਹ ਵੀ ਹੈ ਕਿ AMPC ਐਕਟ ਦੇ ਤਹਿਤ ਬਣੀਆਂ ਮੰਡੀਆਂ ਦੇ ਵਿੱਚੋਂ ਜੇਕਰ ਕੋਈ ਖਰੀਦ ਕਰਦਾ ਹੈ ਤਾਂ ਉਸ ਤੇ ਫੀਸ ਲੱਗੇਗੀ, ਪਰ ਨੋਟੀਫਾਈ ਮੰਡੀਆਂ ਤੋਂ ਬਾਹਰ ਤੋਂ ਕੀਤੀ ਗਈ ਖਰੀਦ ਯਾਨੀ ਜੇਕਰ ਕਿਸਾਨ ਦੇ ਘਰ ਜਾਂ ਖੇਤ ਤੋਂ ਫਸਲ ਦੀ ਖਰੀਦ ਕੀਤੀ ਗਈ ਤਾਂ ਉਸ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ। ਪਰ ਜੇਕਰ ਕਿਸਾਨ ਤੇ ਖਰੀਦਦਾਰ ਦੇ ਵਿਚਾਲੇ ਕੋਈ ਵਿਵਾਦ ਹੁੰਦਾ ਹੈ ਤਾਂ ਮਾਮਲੇ ਨੂੰ ਸਿਰਫ SDM ਜਾਂ DC ਪੱਧਰ ਤੱਕ ਹੀ ਲਿਜਾਇਆ ਜਾ ਸਕਦਾ ਹੈ, ਯਾਨੀ ਵਿਵਾਦ ਹੋਣ ਤੇ ਕੋਰਟ ਦਾ ਰੁਖ ਨਹੀਂ ਕੀਤਾ ਜਾ ਸਕਦਾ ਤੇ DC ਜਾਂ SDM ਦਾ ਫੈਸਲਾ ਹੀ ਆਖਰੀ ਹੋਵੇਗਾ। ਖੈਰ, ਕੇਂਦਰ ਦੀ ਸਰਕਾਰ ਖੇਤੀ ਬਿੱਲਾਂ ਦੇ ਫਾਇਦੇ ਗਿਣਾਉਣ ਦੇ ਵਿੱਚ ਲੱਗੀ ਹੈ, ਪਰ ਕਿਸਾਨਾਂ ਦੇ ਖਦਸ਼ੇ ਕਿਵੇਂ ਦੂਰ ਕੀਤੇ ਜਾਣਗੇ ਇਹ ਦੇਖਣ ਵਾਲੀ ਗੱਲ ਰਹੇਗੀ। ਨਿਊਜ਼ ਡੈਸਕ ਤੋਂ ਰਮਨਦੀਪ ਸਿੰਘ, ਨਿਊਜ਼ 18 ਪੰਜਾਬ।